ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਜੀ ਸਾਰਿਆਂ ਦਾ। ਬੈਕ ਵਿਦ ਅਨਦਰ ਵੀਡੀਓ ਫॉर ਸਿਹਤ ਐਡਵਾਈਜ਼ਰੀ। ਆਮ ਸ਼ੋਰ ਤੁਹਾਨੂੰ ਪਹਿਲੀਆਂ ਬਹੁਤ ਸਾਰੀਆਂ ਵੀਡੀਓਜ਼ ਆਲਰੇਡੀ ਪਸੰਦ ਆ ਰਹੀਆਂ ਹੋਗੀਆਂ। ਬਹੁਤ ਵੀਡੀਓ ਅਸੀਂ ਪੋਸਟ ਕਰ ਰਹੇ ਇੰਸਟਾਗ੍ਰਾਮ ਪੇਜ ਦੇ ਉੱਤੇ, ਬਹੁਤ ਵੀਡੀਓਜ਼ ਆ ਰਹੀਆਂ ਯੂਟਿਊਬ ਦੇ ਉੱਤੇ, ਬਹੁਤ ਜਲਦੀ ਹੋਰ ਵੀ ਲਾਈਨਡ ਅਪ ਬਹੁਤ ਸਾਰਾ ਕੰਟੈਂਟ ਹੈਗਾ ਹੈ ਇਮੀਗ੍ਰੇਸ਼ਨ, ਆਇਲਸ, ਅਕਾਊਂਟਿੰਗ, ਬੁੱਕ ਕੀਪਿੰਗ ਦੇ ਰਿਲੇਟਿਡ, ਜਿਹੜਾ ਕਿ ਸਾਡੇ ਭੈਣ ਭਰਾਵਾਂ ਨੂੰ ਆਪਾਂ ਦੱਸਣਾ ਆ। ਕੋਈ ਵੀ ਇਸ਼ੂਜ਼ ਜਿਹੜੇ ਹੈਗੇ ਆ ਉਹਨਾਂ 'ਚੋਂ ਅਸੀਂ ਕੱਢਣਾ ਆ। ਸੋ ਅੱਜ ਦਾ ਜਿਹੜਾ ਕੰਟੈਂਟ ਹੈਗਾ ਆ, ਦਿਸ ਇਜ਼ ਰਿਲੇਟਿਡ ਟੂ LMIA। ਬਹੁਤ ਸਾਰੇ ਲੋਕਾਂ ਨੂੰ ਮਿੱਥ ਹੈਗੀ ਹੈ ਇਸ ਟੌਪਿਕ ਦੇ ਬਾਰੇ, ਬਹੁਤ ਸਾਰੀ ਇਨਫੋਰਮੇਸ਼ਨ ਜਿਹੜੀ ਹੈਗੀ ਹੈ ਉਹ ਲੋਕਾਂ ਨੂੰ ਪਤਾ ਨਹੀਂ ਹੈਗੀ ਅਜੇ, ਔਰ ਇਹੀ ਅਸੀਂ ਚਾਹੁੰਦੇ ਹਾਂ ਕਿ ਉਹ ਲੋਕਾਂ ਨੂੰ ਤੱਕ ਇਨਫੋਰਮੇਸ਼ਨ ਪਹੁੰਚੇ ਕਿ LMIA ਦਾ ਪਹਿਲਾਂ ਤਾਂ ਮਤਲਬ ਕੀ ਆ, ਫਿਰ LMIA ਕੌਣ ਦਿੰਦਾ ਆ, ਕਿਹਨੂੰ ਦਿੰਦਾ ਆ, ਕਿੱਦਾਂ ਯੂਜ਼ ਹੁੰਦੀ ਆ, ਔਰ ਕੀ ਉਹਦਾ ਮਿਸਯੂਜ਼ ਹੁੰਦਾ ਆ। ਕਿਉਂਕਿ ਬਹੁਤ ਸਾਰੀ ਇਨਫੋਰਮੇਸ਼ਨ ਮਾਰਕੀਟ 'ਚ ਆਲਰੇਡੀ ਹੈਗੀ ਵੀ ਆ, ਪਰ ਆਮ ਨਾਟ ਸ਼ੋਰ ਕਿ ਓਨੀ ਸਹੀ ਇਨਫੋਰਮੇਸ਼ਨ ਹੈਗੀ ਆ ਕਿ ਨਹੀਂ ਹੈਗੀ ਆ। ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਜਿਹੜੇ ਇੰਡੀਆ ਬੈਠੇ ਆ ਉਹਨਾਂ ਨੂੰ ਕਨਫਿਊਜ਼ਨ ਹੈਗੀ ਆ ਕਿ ਅਸੀਂ ਆ ਤਾਂ ਰਹੇ ਹਾਂ ਕੈਨੇਡਾ, ਪਰ ਲੇਕਿਨ LMIA ਹੁੰਦੀ ਕੀ ਹੈ ਪਤਾ ਹੀ ਨਹੀਂ ਹੁੰਦਾ ਹੈਗਾ। ਜਿਹੜਾ ਇੰਪਲੋਇਰ ਹੈਗਾ ਆ ਇਸ਼ੂ ਵੀ ਕਰ ਦਿੰਦਾ ਆ, ਇਮੀਗ੍ਰੇਸ਼ਨ ਏਜੰਟ ਜਿਹੜਾ ਆ ਉਹ ਵੀ ਕੰਮ ਕਰਾ ਦਿੰਦਾ ਆ, ਪੈਸਿਆਂ ਦਾ ਲੈਣ ਦੇਣ ਵੀ ਹੋ ਜਾਂਦਾ ਆ, ਸਾਰਾ ਕੰਮ ਹੋ ਜਾਂਦਾ, ਬਟ ਐਂਡ ਆਫ ਦਾ ਡੇ ਸਫਰ ਕੌਣ ਕਰਦਾ ਆ? ਸਟੂਡੈਂਟ ਜਾਂ ਵਰਕਰ। ਇਹੀ ਇਸ਼ੂਜ਼ ਨੇ ਜਿਨ੍ਹਾਂ ਉੱਤੇ ਅੱਜ ਗੱਲ ਕਰਾਂਗੇ। ਤੁਸੀਂ ਜੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਤੁਸੀਂ ਕਰ ਲਓ। ਸਿਹਤ ਐਡਵਾਈਜ਼ਰੀ ਮੇਰਾ ਪੇਜ ਹੈਗਾ ਆ ਇੰਸਟਾਗ੍ਰਾਮ ਦੇ ਉੱਤੇ, ਉਹਨੂੰ ਵੀ ਫੋਲੋ ਕਰ ਸਕਦੇ ਹੋ। ਬਾਕੀ ਲੈਟਸ ਬਿਗਨ ਵਿਦ ਦ ਵੀਡੀਓ। ਸੋ ਪਹਿਲਾਂ ਆਪਾਂ ਗੱਲ ਕਰਾਂਗੇ ਕਿ LMIA ਹੁੰਦੀ ਕੀ ਆ। ਸੋ LMIA ਪੰਜਾਬੀ ਭਾਸ਼ਾ 'ਚ ਜਿਹੜੀ ਹੈਗੀ ਆ, ਸਿੱਧੀ ਜੀ ਉਹਦੀ ਵਰਡਿੰਗ ਹੈਗੀ ਆ ਕਿ ਇਹ ਇੱਕ ਆਫਰ ਆ ਜਿਹੜਾ ਦਿੱਤਾ ਜਾਂਦਾ ਆ ਇੰਪਲੋਇਰ ਵੱਲੋਂ ਇੱਕ ਇੰਪਲੋਈ ਨੂੰ, ਜਿਹੜਾ ਕਿ ਬੈਠਾ ਆ ਇਨਸਾਈਡ ਕੈਨੇਡਾ ਉਹ ਘੁਮਾਉਂਦਾ ਆ ਔਨ ਸ਼ੋਰ, ਜਿਹੜਾ ਕਿ ਬੈਠਾ ਆ ਆਊਟਸਾਈਡ ਕੈਨੇਡਾ ਉਹ ਘੁਮਾਉਂਦਾ ਆ ਆਫ ਸ਼ੋਰ। ਸੋ ਬੇਸਡ ਔਨ ਔਨ ਸ਼ੋਰ ਅਤੇ ਆਫ ਸ਼ੋਰ ਜਿਹੜੀ LMIA ਆ ਇੱਕ ਇੰਪਲੋਇਰ ਦੇ ਸਕਦਾ ਆ। ਸੋ ਅਗੇਨ ਇਹ ਹੁੰਦੀ ਆ ਆਫਰ ਲੈਟਰ ਜਿਹੜੀ ਦਿੱਤੀ ਜਾਂਦੀ ਆ ਇੰਪਲੋਇਰ ਵੱਲੋਂ ਇਹ ਆਪਣੇ ਇੰਪਲੋਈ ਨੂੰ। ਸੋ ਜਦੋਂ ਲੈਟਰ ਆਪਣਾ ਕਹਿੰਦਾ ਆ, ਸੋ ਇਹਦਾ ਪ੍ਰੋਸੈਸ ਕੀ ਹੈਗਾ ਆ। ਸਟਾਰਟਿੰਗ ਦੇ ਵਿੱਚ ਇੱਕ ਇੰਪਲੋਇਰ ਜਿਹੜਾ ਆ, ਮੰਨ ਲਓ ਉਹਦੀ ਇੱਕ ਢਾਬਾ ਆ ਉਹਦੇ ਇੱਥੇ, ਕਹਿ ਲਓ ਰੈਸਟੋਰੈਂਟ ਹੈਗਾ ਉਹਦਾ। ਅੱਜ ਤੁਹਾਨੂੰ ਸਰਲ ਭਾਸ਼ਾ 'ਚ ਆਪਾਂ ਗੱਲ ਤਾਂ ਕਰਨੀ ਹੈ ਕਿ ਤੁਹਾਨੂੰ ਸਾਰਾ ਸਮਝ ਆਵੇ ਕਿ ਕੀ ਹੁੰਦਾ ਕੀ ਪਿਆ ਹੈ ਮਾਰਕੀਟ ਦੇ ਵਿੱਚ, ਸਾਰੀ ਇਨਫੋਰਮੇਸ਼ਨ ਤੁਹਾਡੇ ਤੱਕ ਜਾਣੀ ਚਾਹੀਦੀ ਆ। ਸੋ ਹੁੰਦਾ ਕੀ ਹੈਗਾ ਆ, ਇੱਕ ਢਾਬਾ ਹੈਗਾ ਆ ਜਾਂ ਰੈਸਟੋਰੈਂਟ ਆ, ਉਹਦੇ ਵਿੱਚ ਉਹ ਬੰਦਾ ਇੰਪਲੋਇਰ ਜਿਹੜਾ ਆ ਉਹਦੇ 5-7 ਇੰਪਲੋਈ ਉਹਦੇ ਕੰਮ ਕਰ ਰਹੇ ਆ, ਔਰ ਇੰਪਲੋਈ ਜਿਹੜੇ ਕੰਮ ਕਰਦੇ ਆ ਉਹਦੇ ਨਾਲ ਉਹਦੀ ਇਨਕਮ ਜਨਰੇਟ ਹੁੰਦੀ ਆ, ਪਲੱਸ ਜਿਹੜੇ ਸੇਲਸ ਕਰਦੇ ਆ ਉਹਦੇ ਨਾਲ ਉਹਦੀ ਇਨਕਮ ਜਨਰੇਟ ਹੁੰਦੀ ਆ, ਪਲੱਸ ਉਹ ਜਿਹੜੇ ਇੰਪਲੋਈ ਉਹਦੇ ਕੰਮ ਕਰ ਰਹੇ ਆ ਉਹ ਉਹਦਾ ਕਾਈਂਡ ਆਫ ਇੱਕ ਐਸਟ ਹੁੰਦੇ ਆ ਜਿਹੜੇ ਕਿ CRA ਦੇ ਨਾਲ ਆਪਣੀ ਇਨਫੋਰਮੇਸ਼ਨ ਸ਼ੇਅਰ ਕਰਦੇ ਹੈਗੇ ਆ, ਅਤੇ ਉਹਦੇ ਬੇਸਿਸ ਦੇ ਉੱਤੇ ਤੁਸੀਂ ਜਿਹੜੇ ਐਲੀਜੀਬਲ ਹੁੰਦੇ ਹੈਗੇ ਹੋ ਇਮੀਗ੍ਰੇਸ਼ਨ ਪਰਪਸ ਲਈ LMIA ਇਸ਼ੂ ਕਰਨ ਲਈ ਜਾਂ ਨਾ ਕਰਨ ਲਈ। ਸੋ ਜਦੋਂ ਤੁਸੀਂ ਇਹ ਸਾਰੀ ਇਨਫੋਰਮੇਸ਼ਨ ਗੈਦਰ ਕਰਦੇ ਹੈਗੇ ਹੋ, ਇੱਕ ਇੰਪਲੋਇਰ ਜਿਹੜਾ ਹੁੰਦਾ ਆ ਉਹ ਸਬਮਿਟ ਕਰਦਾ ਇੱਕ ਐਪਲੀਕੇਸ਼ਨ। ਪਹਿਲਾਂ ਸਟਾਰਟਿੰਗ ਇਹਦੀ ਹੁੰਦੀ ਆ ਇੰਡੀਡ 'ਤੇ ਐਡ ਪਾਉਣ ਤੋਂ, ਜਾਂ ਕਿ ਜਿਹੜੀ ਜੋਬ ਬੈਂਕ 'ਤੇ ਐਡ ਪਾਉਣ ਤੋਂ। ਸੋ ਜਿਹੜਾ ਕਿ ਮੋਸਟ ਇੰਪੋਰਟੈਂਟ ਹੁੰਦਾ ਆ ਕਿ ਪਹਿਲਾਂ ਤੁਹਾਨੂੰ ਐਡਵਰਟਾਈਜ਼ ਕਰਨਾ ਪੈਂਦਾ ਹੈ ਇੱਕ ਇੰਪਲੋਇਰ ਨੂੰ ਕਿ ਕਿਹੜੇ ਜਿਹੜੇ ਉਹਦੇ ਆਪਸ਼ਨਸ ਆ, ਕਿਹੜੀ ਮਾਰਕੀਟ ਪਲੇਸ ਹੈਗੇ ਜਿੱਥੇ ਉਹ ਜੋਬ ਨੂੰ ਐਡਵਰਟਾਈਜ਼ ਕਰੇਗਾ। ਸੋ ਐਜ਼ ਸੂਨ ਐਜ਼ ਉਹ ਜਿੱਦਾਂ ਜੋਬ ਨੂੰ ਐਡਵਰਟਾਈਜ਼ ਕਰਦਾ ਆ, ਸੋ ਇਹਦੀ ਕੁਝ ਰਿਕੁਆਇਰਮੈਂਟਸ ਹੁੰਦੀਆਂ ਕਿ ਤੁਹਾਨੂੰ LMIA ਇਸ਼ੂ ਕਰਨ ਲਈ ਇੱਕ ਜੋਬ ਨੂੰ ਕਿੰਨੀ ਦੇਰ ਲਈ ਜਿਹੜਾ ਐਡਵਰਟਾਈਜ਼ ਕਰਨਾ ਪੈਂਦਾ, ਜਿਹਦਾ ਕਿ ਟਾਈਮ ਫਰੇਮ ਹੁੰਦਾ ਅਰਾਊਂਡ 6 ਵੀਕਸ ਦਾ ਟਾਈਮ ਹੁੰਦਾ ਆ। ਸੋ ਇੰਪਲੋਇਰ ਜਦੋਂ ਐਡਵਰਟਾਈਜ਼ਮੈਂਟ ਸਟਾਰਟ ਕਰਦਾ ਹੈ, ਹੀ ਸ਼ੁਡ ਸਟਾਰਟ ਵਿਦ ਇੰਡੀਡ, ਉੱਥੇ ਐਡ ਪੋਸਟ ਕਰਦਾ ਆ। ਉਸ ਤੋਂ ਬਾਅਦ ਜਿਹੜੀ ਇਮੀਗ੍ਰੇਸ਼ਨ ਦੀ ਰਿਕੁਆਇਰਮੈਂਟ ਹੈਗੀ ਆ ਉਹ ਹੁੰਦੀ ਆ ਅਰਾਊਂਡ 6 ਵੀਕਸ ਔਨ ਜੋਬ ਬੈਂਕ। ਸੋ ਇਟ ਕੈਨ ਵੇਰੀ ਫਰੋਮ 4 to 6 ਵੀਕਸ। ਸੋ ਜਦੋਂ ਉਹ ਸਾਰਾ ਪ੍ਰੋਸੈਸ ਕਰ ਲੈਂਦਾ ਆ, ਉਸ ਤੋਂ ਬਾਅਦ ਉਹਨੂੰ ਜਿਹੜਾ ਆ ਇਮੀਗ੍ਰੇਸ਼ਨ ਤੋਂ ਕਾਲ ਆਉਂਦੀ ਆ ਕਿ ਤੁਸੀਂ ਐਡਵਰਟਾਈਜ਼ਮੈਂਟ ਕੀਤੀ ਸੀਗੀ ਅਤੇ ਤੁਹਾਡੀ ਕੀ ਅੱਗੇ ਸਿਚੁਏਸ਼ਨ ਹੈਗੀ ਆ। ਫਿਰ ਉਹ ਇੱਕ ਐਪਲੀਕੇਸ਼ਨ ਫਾਈਲ ਕਰਦਾ ਆ ਕਿ ਮੈਂ ਇੰਨੇ ਦਿਨ ਐਡਵਰਟਾਈਜ਼ਮੈਂਟ ਕੀਤੀ ਆ, 8-10 ਬੱਚਿਆਂ ਦੇ ਜਿਹੜੇ ਮੈਂ ਇੰਟਰਵਿਊ ਲਿੱਤੇ ਆ, ਜਿਹੜੇ ਕਿ ਬੈਕ ਐਂਡ 'ਤੇ ਮੈਂ ਦੱਸਾਂ ਕੋਈ ਇੰਟਰਵਿਊ ਨਹੀਂ ਹੋ ਰਹੇ ਹੁੰਦੇ, ਸਿਰਫ ਇੱਕ ਆਫਰ ਲੈਟਰ ਕ੍ਰੀਏਟ ਕੀਤੀ ਜਾ ਰਹੀ ਹੁੰਦੀ ਆ ਬੱਚਾ ਇੰਡੀਆ ਤੋਂ ਸੱਦਣ ਵਾਸਤੇ। ਸੋ ਜਦੋਂ LMIA ਕ੍ਰੀਏਟ ਹੁੰਦੀ ਹੈਗੀ ਆ, ਫਿਰ ਜਦੋਂ ਆਪਣੀ ਇਨਫੋਰਮੇਸ਼ਨ ਸਬਮਿਟ ਕਰਦਾ ਹੈ ਇਮੀਗ੍ਰੇਸ਼ਨ ਨੂੰ, ਫਿਰ ਉਹਦੀ ਇੱਕ ਇੰਟਰਵਿਊ ਹੁੰਦੀ ਹੈਗੀ ਆ। ਫਿਰ ਉਹ ਦੱਸਦਾ ਆ ਇੰਪਲੋਇਰ ਜਿਹੜਾ ਆ ਕਿ ਮੈਂ ਫਲਾਣੇ ਬੱਚੇ ਦੀ ਇੰਟਰਵਿਊ ਕਰ ਲਈ ਆ, ਔਰ ਇੰਟਰਵਿਊ ਕੀਤੀ ਆ, ਅਤੇ ਮੈਨੂੰ ਉਸ ਤੋਂ ਬਾਅਦ ਜਿਹੜੇ ਮੈਨੂੰ ਰਿਜ਼ਲਟਸ ਆਏ ਹੈਗੇ ਆ, ਔਰ ਮੈਨੂੰ ਇਹਨਾਂ 'ਚੋਂ ਕੋਈ ਬੰਦਾ ਪਸੰਦ ਨਹੀਂ ਆਇਆ ਹੈਗਾ। ਸੋ ਜਦੋਂ ਇੰਨੀ ਗੱਲ ਕਹਿੰਦਾ ਕਿ ਮੈਨੂੰ ਬੰਦਾ ਪਸੰਦ ਨਹੀਂ ਆਇਆ ਹੈਗਾ, ਤਾਂ ਉਸ ਤੋਂ ਬਾਅਦ ਉਹਦਾ ਰਿਕੁਆਇਰਮੈਂਟ ਕੀ ਆ ਕਿ ਹੁਣ ਮੈਂ ਆਊਟ ਆਫ ਕੈਨੇਡਾ ਜਿਹੜੀ ਆਪਣੀ ਰਿਸਰਚ ਕਰਾਂਗਾ,
ਉੱਥੋਂ ਮੈਂ ਦੇਖਾਂਗਾ ਕਿ ਮੈਨੂੰ ਕੋਈ ਬੰਦਾ ਮਿਲ ਸਕਦਾ ਆ ਕਿ ਨਹੀਂ ਮਿਲ ਸਕਦਾ ਆ। ਸੋ ਜਿਹੜਾ ਇੰਪਲੋਇਰ ਆ ਉਹ ਸਟਾਰਟ ਕਰ ਦਿੰਦਾ ਫਿਰ ਕਿ ਜਿਹੜੇ ਵੀ ਬੰਦੇ ਨਾਲ ਉਹਨਾਂ ਨੇ ਟਾਈ ਅਪ ਕੀਤਾ ਹੁੰਦਾ, ਇਟ ਕੈਨ ਬੀ ਉਹਦਾ ਆਪਣਾ ਬੰਦਾ ਹੋ ਸਕਦਾ ਹੈ ਇੰਡੀਆ ਦੇ ਵਿੱਚ, ਜਿਹੜੇ ਕਿਸੇ ਰਿਸ਼ਤੇਦਾਰ ਜਾਂ ਕਿਸੇ ਹੋਰ ਫੈਮਿਲੀ ਵਾਲ ਨੂੰ ਪੱਕਾ ਕਰਾਉਣਾ ਚਾਹੁੰਦਾ ਆ ਜਾਂ ਇੱਥੇ ਬੁਲਾਉਣਾ ਚਾਹੁੰਦਾ ਆ, ਜਾਂ ਫਿਰ ਉਹਦਾ ਹੋ ਸਕਦਾ ਆ ਕੋਈ ਇਮੀਗ੍ਰੇਸ਼ਨ ਦੇ ਥਰੂ ਕੋਈ ਹੋਰ ਸਟੂਡੈਂਟ ਤਾਂ ਮੈਂ ਘੱਟ ਕਵਾਂਗਾ, ਕੋਈ ਬੱਕਰਾ ਹੋ ਸਕਦਾ ਜਿਹਨੂੰ ਉੱਥੇ ਉਹਨਾਂ ਨੇ ਫਸਾਉਣਾ ਆ। ਸੋ ਉਸ ਤੋਂ ਬਾਅਦ ਸ਼ੁਰੂ ਹੁੰਦਾ ਜੀ ਪ੍ਰੋਸੈਸ ਜਿਹੜਾ ਆ। ਇੱਕ ਇੰਪਲੋਇਰ ਜਿਹੜਾ ਆ ਉਸ ਤੋਂ ਬਾਅਦ ਸਬਮਿਸ਼ਨ ਭਰ ਦਿੰਦਾ ਫਾਰਮ ਦੇ ਨਾਲ, ਆਪਣੀ ਕੰਪਨੀ ਦੇ ਡਾਕੂਮੈਂਟਸ ਫਾਈਲ ਕਰ ਦਿੰਦਾ ਆ। ਉਸ ਤੋਂ ਬਾਅਦ ਜਦੋਂ ਡਾਕੂਮੈਂਟ ਸਬਮਿਟ ਹੋ ਜਾਂਦੇ ਆ, ਫਿਰ ਕੰਪਨੀ ਇੱਕ LMIA ਲੈਟਰ ਜਿਹੜੀ ਆ ਇਸ਼ੂ ਕਰਦੀ ਹੈਗੀ ਆ। ਇਟ ਕੈਨ ਬੀ ਓਪਨ ਅਗਰ ਉਹ ਬੰਦੇ ਦੇ ਨਾਂ ਦੇ ਉੱਤੇ ਕਿਸੇ ਦੇ ਨਹੀਂ ਹੈਗੀ ਆ, ਅਤੇ ਇੱਕ ਹੁੰਦੀ ਕਲੋਜ਼ ਜਿਹੜੇ ਬੰਦੇ ਦੇ ਨਾਂ ਦੇ ਉੱਤੇ ਆ, ਜਿਹਦੇ 'ਚ ਕਾਫੀ ਰਿਸਟ੍ਰਿਕਸ਼ਨਸ ਹੁੰਦੀਆਂ ਕਿ ਜਿਹੜਾ ਬੰਦੇ ਨੇ ਆਉਣਾ ਆ ਉਹਨੂੰ ਉਹਦੇ ਨਾਲ ਕੰਮ ਕਰਨਾ ਪੈਣਾ ਆ ਸਪੈਸੀਫਿਕਲੀ। ਕਈ ਡੀਟੇਲ ਕਨਵਰਸੇਸ਼ਨ ਇਹਦੇ ਬਾਰੇ ਵੀ ਤੁਹਾਡੇ ਨਾਲ ਕਿਸੇ ਦਿਨ ਜ਼ਰੂਰ ਕਰਾਂਗੇ, ਬਟ ਲੇਕਿਨ ਅੱਜ ਦੇ ਟੌਪਿਕ ਦੇ ਉੱਤੇ ਫਿਰ ਵਾਪਸ ਆਉਂਦੇ ਹਾਂ। ਸੋ LMIA ਲੈਟਰ ਇਸ਼ੂ ਹੋ ਜਾਂਦੀ ਆ। ਸੋ LMIA ਲੈਟਰ ਤੋਂ ਬਾਅਦ ਜਿਹੜਾ ਤੁਹਾਡਾ ਹੈਗਾ, ਜਿਹੜਾ ਤੁਹਾਡਾ ਕਹਿ ਲਓ ਤੁਸੀਂ ਇੰਡੀਆ ਬੈਠਾ ਜਿਹੜਾ ਸਟੂਡੈਂਟ ਆ ਜਾਂ ਕੋਈ ਵਰਕਰ ਆ, ਉਹਨੇ ਇੱਕ ਜਿਹੜਾ ਇੰਪਲੋਇਰ ਇਮੀਗ੍ਰੇਸ਼ਨ ਏਜੰਟ ਹਾਇਰ ਕੀਤਾ ਹੋਇਆ ਇੱਥੇ। ਸੋ ਇਮੀਗ੍ਰੇਸ਼ਨ ਏਜੰਟ ਦੇ ਨਾਲ ਉਹ ਕੰਟੈਕਟ ਕਰਦਾ ਆ, ਉਹਦੇ ਡਾਕੂਮੈਂਟ ਜਾਂਦੇ ਆ, ਉਹਦਾ ਉੱਥੇ ਵਰਕ ਐਕਸਪੀਰੀਅੰਸ ਜੇ ਹੈਗਾ ਸ਼ੋ ਹੁੰਦਾ ਹੈਗਾ ਆ, ਜੇ ਨਹੀਂ ਹੈਗਾ ਆ ਅਤੇ ਉਹਦਾ ਫਿਰ ਵਰਕ ਐਕਸਪੀਰੀਅੰਸ ਉਹ ਅੱਜ ਕੱਲ੍ਹ ਤਾਂ ਜੀ ਬਹੁਤ ਫਰਜ਼ੀ ਡਾਕੂਮੈਂਟ ਜਿਹੜੇ ਆ ਉਹ ਵੀ ਇੰਡੀਆ ਬਣਨ ਲੱਗ ਪਏ ਆ, ਅਤੇ ਫਰਜ਼ੀ ਡਾਕੂਮੈਂਟ ਬਣਾ ਲੈਂਦੇ ਆ, ਰੈਫਰੈਂਸ ਚੈੱਕ ਵੀ ਕਰਾ ਲੈਂਦੇ ਆ, ਲੈਟਰ ਵੀ ਬਣਾ ਲੈਂਦੇ ਆ, ਅਤੇ ਫੋਨ ਕਾਲ ਵੀ ਕਰਾ ਦਿੰਦੇ ਆ। ਉੱਥੇ ਅੱਜ ਕੱਲ੍ਹ ਤੁਹਾਨੂੰ ਪਤਾ ਹੀ ਇੰਡਸਟਰੀ 'ਚ ਕੀ ਚੱਲ ਰਿਹਾ ਆ। ਸੋ ਇਹ ਸਾਰੇ ਪ੍ਰੋਸੈਸ ਹੋਣ ਤੋਂ ਬਾਅਦ ਜੀ LMI ਅਪਰੂਵ ਹੋ ਜਾਂਦੀ ਆ, ਬੱਚਾ ਇੱਥੇ ਆਉਣ ਦੀ ਤਿਆਰੀ ਕਰ ਲੈਂਦਾ ਆ। ਸੋ ਆਉਂਦੇ ਹੀ ਪਹਿਲਾਂ ਜਦੋਂ ਇੱਥੇ ਬੰਦਾ ਆਉਂਦਾ ਆ, ਸੋ ਜਿਹੜਾ ਇੰਪਲੋਇਰ ਹੁੰਦਾ ਉਹਦੀ ਰਿਸਟ੍ਰਿਕਸ਼ਨ ਹੁੰਦੀ ਹੈਗੀ ਆ ਕਿ ਬੰਦੇ ਨੂੰ ਕੰਮ ਦੇਣਾ। ਬਹੁਤ ਸਾਰੇ ਐਸੇ ਕੇਸ ਹੈਗੇ ਆ ਜਿਨ੍ਹਾਂ ਦੇ ਵਿੱਚ ਇੰਪਲੋਇਰ ਜਿਹੜਾ ਆ ਉਹ ਕੰਮ ਹੀ ਨਹੀਂ ਦਿੰਦਾ ਹੈਗਾ, ਤੁਹਾਨੂੰ ਲੈਟਰ ਦਿੰਦਾ ਆ ਬਟ ਕੰਮ ਨਹੀਂ ਦਿੰਦਾ ਹੈਗਾ। ਤੁਹਾਡੇ ਨਾਲ ਕੰਟਰੈਕਟ ਕਰ ਲੈਂਦੇ ਹੈਗੇ ਆ, ਇੱਕ ਜਿਹੜਾ ਲੀਗਲ ਕੰਟਰੈਕਟ ਹੈ ਐਜ਼ ਪਰ ਇਮੀਗ੍ਰੇਸ਼ਨ ਕਿ ਤੁਹਾਨੂੰ ਇੰਨੇ ਫਲਾਣੇ ਪੈਸੇ ਦੇਵਾਂਗੇ, ਤੁਹਾਨੂੰ ਇਹ ਸਾਰੀ ਇਨਫੋਰਮੇਸ਼ਨ ਪ੍ਰੋਵਾਈਡ ਕੀਤੀ ਜਾਊਗੀ, ਤੁਹਾਨੂੰ ਇੰਨੀ ਸੈਲਰੀ ਦੇਵਾਂਗੇ, ਉਹ ਕੁਛ ਵੀ ਨਹੀਂ ਹੁੰਦਾ ਹੈਗਾ ਆ। ਇੱਕ ਬੱਚੇ ਨੂੰ ਉੱਥੋਂ ਬੇਵਕੂਫ ਬਣਾਇਆ ਜਾ ਰਿਹਾ ਆ, ਔਰ ਉਸ ਤੋਂ ਬਾਅਦ ਉਸ ਜਿਹੜੀ ਐਪਲੀਕੇਸ਼ਨ ਹੈਗੀ ਆ ਇੱਥੇ ਆ ਕੇ ਲੱਗ ਜਾਂਦੀ ਆ, ਬੱਚਾ ਪਹੁੰਚ ਜਾਂਦਾ ਆ, ਨਾ ਉਹਨੂੰ ਇੱਥੇ ਆ ਕੇ ਕੰਮ ਮਿਲਦਾ ਆ, ਨਾ ਉਹ ਪਿੱਛੇ ਜਿਹੜੇ ਕਰਜ਼ੇ ਚੁੱਕ ਕੇ ਆਇਆ ਇੰਨੇ ਲੱਖਾਂ ਡਾਲਰ ਦਿੰਦਾ ਆ, ਲੱਖਾਂ ਹਜ਼ਾਰਾਂ ਰੁਪਈਏ ਦਿੰਦਾ ਆ ਆਪਣੇ LMIA ਲੈਣ ਦੇ, ਔਰ ਇੱਕ LMIA ਦੀ ਜਿਹੜੀ ਕੀਮਤ ਹੈਗੀ ਆ 25-30 ਹਜ਼ਾਰ ਰੁਪਏ ਹੋ ਚੁੱਕੀ ਆ, 25-30 ਹਜ਼ਾਰ ਡਾਲਰ ਹੋ ਚੁੱਕਿਆ, ਮਾਫੀ ਚਾਹਨਾ। ਬਟ ਲੇਕਿਨ ਕੀ ਹੋ ਰਿਹਾ ਆ, ਬੰਦਾ ਇੰਨੇ ਪੈਸੇ ਦਿੰਦਾ ਆ, ਇੰਡੀਆ ਤੋਂ ਇੱਥੇ ਆਉਂਦਾ ਆ, ਕੰਮ ਵੀ ਕਰਦਾ ਆ, ਬਟ ਲੇਕਿਨ ਹਾਰ ਕੇ ਤੁਹਾਨੂੰ ਇੰਪਲੋਇਰ ਕਹਿ ਦਿੰਦਾ ਕਿ ਮੈਂ ਤਾਂ ਜੀ ਤੁਹਾਨੂੰ ਵਿੱਚ ਪੈਸੇ ਹੋਰ ਲੱਗਣੇ ਆ, 10,000 ਲੱਗਣੇ ਆ, 15,000 ਲੱਗਣੇ, 20,000 ਲੱਗਣੇ ਆ, ਔਰ ਤੁਹਾਨੂੰ ਆਪਣੀ ਮਜਬੂਰੀ ਦੇ ਬਾਰੇ ਮਾਰਿਆਂ ਨੂੰ ਪੈਸੇ ਦੇਣੇ ਪੈਣੇ ਆ, ਕਿਉਂਕਿ ਤੁਸੀਂ ਕੱਲ੍ਹ ਨੂੰ ਇੱਥੇ ਪੱਕੇ ਨਹੀਂ ਹੋਣਾ। ਸੋ ਕਿਉਂਕਿ ਤੁਹਾਡੇ 'ਤੇ ਕਈ ਰਿਸਟ੍ਰਿਕਸ਼ਨਾਂ ਹੋ ਜਾਂਦੀਆਂ ਆ ਕਿ ਤੁਸੀਂ ਇਹਦੇ ਕੋਲ ਜੋਬ ਕਰਨੀ ਆ, ਕਈ ਸਿਨੈਰੀਓ 'ਚ ਹੁੰਦਾ ਤੁਸੀਂ ਜੋਬ ਨਹੀਂ ਵੀ ਕਰ ਸਕਦੇ ਬਟ ਤੁਹਾਨੂੰ ਪੇ ਸਟੱਬ ਚਾਹੀਦੀ ਆ, ਕੱਲ੍ਹ ਨੂੰ ਤੁਸੀਂ PR ਲੈਣੀ ਆ, ਫੈਮਿਲੀ ਸੱਦਣੀ ਆ, ਨਿਆਣੇ ਸੱਦਣੇ, ਉੱਥੋਂ ਆਪਣੀ ਵਾਈਫ ਨੂੰ ਸੱਦਣਾ ਆ, ਘਰ ਪਰਿਵਾਰ ਸੱਦਣਾ ਆ, ਤੁਹਾਡਾ ਇੱਥੇ ਸਾਰੀ ਹਿਸਟਰੀ ਉਹਨਾਂ ਨੇ ਖ਼ਰਾਬ ਕਰ ਦੇਣੀ ਆ। ਸੋ ਜਦੋਂ ਆਹ ਸਾਰੀਆਂ ਚੀਜ਼ਾਂ ਹੋ ਜਾਂਦੀਆਂ, ਫਿਰ ਜਦੋਂ ਬੱਚਾ ਜਾਂ ਕਹਿ ਲਓ ਵਰਕਰ ਇੱਥੇ ਆਉਂਦਾ ਆ, ਸੋ ਉਹ ਇਹਨਾਂ ਚੱਕਰਾਂ 'ਚ ਇੰਨਾ ਫਸ ਜਾਂਦਾ ਆ LMI ਦੇ ਚੱਕਰ 'ਚ, ਜਿਹੜਾ ਕਿ ਇਹ ਕਿੱਤਾ ਕਹਿ ਲਓ ਸ਼ੁਰੂ ਹੋਇਆ ਆ ਸਰਕਾਰਾਂ ਨੇ ਪਹਿਲਾਂ ਤਾਂ, ਕਿ ਪ੍ਰੋਸੈਸ ਉਹਨਾਂ ਨੇ ਇੱਦਾਂ ਦੇ ਬਣਾਏ ਆ ਕਿ ਜਿਹੜੇ ਕਿ ਆਪ ਹੀ ਕਹਿੰਦੇ ਆ ਕਿ ਇਹਨਾਂ ਨੂੰ ਫੋਲੋ ਕਰੋ, ਅਤੇ ਖੁਦ ਹੀ ਫੋਲੋ ਨਹੀਂ ਕਰਦੇ, ਕਿਉਂਕਿ ਆਪ ਹੀ ਉਹ ਕਰਪਟ ਜਿਹੜੇ ਹੈਗੇ ਆ ਪ੍ਰੋਸੈਸ ਇੱਦਾਂ ਦੇ ਹੈਗੇ ਆ ਕਿ ਉਹਨਾਂ ਦੇ ਵਿੱਚ ਕੀ ਹੋ ਰਿਹਾ ਆ, ਗਵਰਨਮੈਂਟ ਤੁਹਾਨੂੰ ਇਸ਼ੂ ਤਾਂ ਕਰਵਾ ਦਿੰਦੀ ਹੈ LMIA, ਲੇਕਿਨ ਉਹਨਾਂ ਨੂੰ ਆਪ ਨੂੰ ਹੀ ਨਹੀਂ ਪਤਾ ਹੈਗਾ ਕਿ ਅੰਦਰ ਖਾਤੇ ਕੀ ਚੱਲ ਰਿਹਾ ਆ, ਕਿੰਨੇ ਜ਼ਿਆਦਾ ਇਹਦੇ 'ਚ ਜਿਹੜੇ ਆ ਇਸ਼ੂਜ਼ ਹੋ ਰਹੇ ਹੈਗੇ ਆ, ਔਰ ਕੀ ਇਹ 'ਚ ਧੋਖੇਧੜੀ ਹੋ ਰਹੀ ਹੈਗੀ ਆ, ਇਹ ਸਟੂਡੈਂਟ ਨੂੰ ਜਾਂ ਵਰਕਰ ਨੂੰ ਪਤਾ ਹੀ ਨਹੀਂ ਹੁੰਦੀ, ਔਰ ਨਾ ਹੀ ਇਹ ਪਤਾ ਹੈਗੀ ਆ ਇਮੀਗ੍ਰੇਸ਼ਨ ਨੂੰ। ਐਂਡ ਆਫ ਦਾ ਡੇ ਕਹਿ ਲਓ ਪਤਾ ਹੋ ਵੀ ਸਕਦੀ ਆ, ਬਟ ਉਸ ਤੋਂ ਬਚਣਾ ਚਾਹ ਰਹੇ ਆ ਜਾਂ ਕੀ ਕਰਨਾ ਚਾਹੁੰਦੇ ਆ, ਇਹ ਤਾਂ ਹੁਣ ਜੀ ਰੱਬ ਹੀ ਜਾਣਦਾ ਆ। ਬਟ ਲੇਕਿਨ ਸਟੋਰੀ ਫਿਰ ਉੱਥੇ ਹੀ ਆਉਂਦੀ ਆ ਕਿ ਵਰਕਰ ਇੱਥੇ ਆ ਰਿਹਾ ਆ, ਨਾ ਉਹਨੂੰ ਕੰਮ ਮਿਲ ਰਿਹਾ ਆ, ਔਰ ਬਹੁਤ ਸਾਰੇ ਕੇਸਿਸ 'ਚ ਇਹ ਵੀ ਦੇਖਣ ਨੂੰ ਮਿਲਦਾ ਆ ਕਿ ਜਿਹੜੇ ਵਰਕਰ ਇੱਥੇ ਆਉਂਦੇ ਆ ਉਹਨਾਂ ਕੋਲ ਕੰਮ ਤਾਂ ਉਹਨਾਂ ਕੋਲ ਕੀ ਕਰਾਉਣਾ, ਕਹਿ ਲਓ ਰੈਸਟੋਰੈਂਟ ਜਾਂ ਗੈਸ ਸਟੇਸ਼ਨ ਜਾਂ ਜਿੱਥੋਂ ਦੇ ਵੀ ਉਹਨਾਂ ਨੂੰ LMI ਮਿਲੇ ਆ, ਬਹੁਤ ਕੇਸਿਸ ਦੇ ਵਿੱਚ ਇਹ ਵੀ ਦੇਖਣ ਨੂੰ ਮਿਲਦਾ ਕਿ ਇੰਪਲੋਇਰ ਉਹਨਾਂ ਕੋਲ ਘਰ ਦੇ ਕੰਮ ਕਰਾ ਰਿਹਾ ਆ। ਸੋ ਜਿਹੜਾ ਕਿ ਬਹੁਤ ਹੀ ਮਾੜਾ ਆ, ਔਰ ਇਹ ਸੱਚਾਈ ਹੈਗੀ ਆ। ਇੰਪਲੋਇਰ ਉਹਨੂੰ ਕਹਿੰਦਾ ਮੇਰੀ ਗਰੋਸਰੀ ਲਿਆ ਦੇ, ਜਾਂ ਮੇਰੀ ਗੱਡੀ ਤੇਲ ਪਵਾ ਦੇ, ਜਾਂ ਮੇਰਾ ਫਲਾਨਾ ਕਰ ਦੇ, ਢਮਕਾਣਾ ਕਰ ਦੇ। ਸੋ ਜਿਹਦੇ ਕਰਕੇ ਕੀ ਹੋ ਰਿਹਾ ਆ ਕਿ ਜਿਹੜਾ ਐਕਸਪਲੋਇਟੇਸ਼ਨ ਇਸ ਇੰਡਸਟਰੀ ਦੇ ਵਿੱਚ ਵਧੀ ਜਾ ਰਹੀ ਆ, ਔਰ ਬੱਚੇ ਨੂੰ ਪਤਾ ਨਹੀਂ ਲੱਗ ਰਿਹਾ ਹੈਗਾ ਹੋ ਕੀ ਰਿਹਾ ਆ, ਅਤੇ ਉਹ ਇਸ 'ਚ ਫਸ ਜਾਂਦਾ ਆ, ਔਰ ਬਾਅਦ 'ਚ ਪੈਸੇ ਹੀ ਦਿੰਦਾ ਰਹਿ ਜਾਂਦਾ ਆ, ਔਰ ਕੋਈ ਪ੍ਰੋਬਲਮ ਉਹਦੀ ਸੋਲਵ ਨਹੀਂ ਹੁੰਦੀ ਹੈਗੀ। ਸੋ ਇਹ ਤੋਂ ਤੁਸੀਂ ਜਿਹੜੇ ਹੈਗੇ ਹੋ ਬਚ ਵੀ ਸਕਦੇ ਹੈਗੇ ਹੋ। ਉਹਦੇ ਲਈ ਤੁਹਾਨੂੰ ਸਭ ਤੋਂ ਪਹਿਲਾਂ ਤਾਂ ਚੁਣਨੇ ਪੈਣੇ ਆ ਚੰਗੇ ਇਮੀਗ੍ਰੇਸ਼ਨ ਲਾਇਰਸ। ਇਮੀਗ੍ਰੇਸ਼ਨ ਕੰਸਲਟੈਂਟ ਮੈਂ ਕਿਉਂ ਨਹੀਂ ਵਰਡ ਯੂਜ਼ ਕਰ ਰਿਹਾ ਹੈਗਾ, ਕਿਉਂਕਿ ਕੰਸਲਟੈਂਟ ਜਿਹੜਾ ਹੁੰਦਾ ਆ
ਉਹ ਕੰਸਲਟ ਤੁਸੀਂ ਕਰਦੇ ਹੋ, ਉਹ ਲਾਇਰ ਨਹੀਂ ਜੇ ਹੈਗਾ। ICCRC ਜਿਹੜਾ ਸਰਟੀਫਾਈਡ ਬੰਦਾ ਆ, ਉਹਨੂੰ ਕੰਮ ਕਰਨ ਤੋਂ ਡਰ ਲੱਗਣਾ ਆ ਇਸ ਤਰੀਕੇ ਦਾ, ਕਿਉਂਕਿ ਕੱਲ੍ਹ ਨੂੰ ਉਹਦਾ ਲਾਇਸੈਂਸ ਹੋ ਜਾਣਾ ਕੈਂਸਲ। ਸੋ ਤੁਹਾਨੂੰ ਸਭ ਤੋਂ ਪਹਿਲਾਂ ਤਾਂ ਇਹ ਅਸੈਸ ਕਰਨਾ ਪੈਣਾ ਆ ਕਿ ਕਿਹੜੇ ਬੰਦੇ ਕੋਲ ਤੁਸੀਂ ਕੰਮ ਕਰਵਾਉਣਾ ਆ। ਜਦੋਂ ਤੁਸੀਂ ਕੰਮ ਕਰਵਾਉਣਾ ਆ ਤਾਂ ਤੁਸੀਂ ਉਹਨੂੰ ਪੁੱਛਣੇ ਆ ਸਵਾਲ ਕਿ ਕਿੰਨੇ ਮੇਰੀ LMI ਦੇਣੀ ਆ, ਉਹ ਕੰਪਨੀ ਕਿੱਥੇ ਆ, ਉਹ ਰੈਸਟੋਰੈਂਟ ਕਿਹੜਾ ਆ, ਮੇਰਾ ਇੰਪਲੋਇਰ ਕੌਣ ਆ, ਮੈਨੂੰ ਸੈਲਰੀ ਕਿੰਨੀ ਮਿਲਣੀ ਆ, ਮੈਨੂੰ ਜੋਬ ਕਿਹੜੇ ਦਿਨ ਹੋਣੀ ਆ, ਕਿੰਨੇ ਘੰਟੇ ਮੈਂ ਵੀਕ ਦਾ ਕੰਮ ਕਰਨਾ ਆ। ਇਹ ਸਾਰੇ ਸਵਾਲ ਤੁਹਾਨੂੰ ਪੁੱਛਣੇ ਪੈਣੇ ਆ ਇੱਕ ਇੰਪਲੋਇਰ ਨੂੰ, ਤਾਂ ਹੀ ਤੁਸੀਂ ਸਕਸੈਸਫੁਲ ਹੋ ਸਕਦੇ ਹੋ। ਇੱਥੇ ਰਿਸੈਸ਼ਨ ਨੇ ਇੰਨੇ ਲੋਕਾਂ ਦੀ ਮੱਤ ਮਾਰੀ ਹੋਈ ਆ ਰਿਸੈਸ਼ਨ ਨੇ, ਕਿ ਲੋਕ ਜਿਹੜੇ ਹੈਗੇ ਆ ਉਹਨਾਂ ਕੋਲ ਅੱਜ ਦੀ ਡੇਟ ਦੇ ਵਿੱਚ ਰੈਂਟ ਕੱਢਣ ਦੇ ਪੈਸੇ ਨਹੀਂ ਜੇ ਹੈਗੇ ਇੱਥੇ। ਸੋ ਇਹ ਤੁਹਾਨੂੰ ਬਹੁਤ ਚੀਜ਼ਾਂ ਸੋਚਣੀਆਂ ਪੈਣੀਆਂ ਹੈ ਕਿ ਤੁਸੀਂ ਕੈਨੇਡਾ ਆਉਣਾ ਆ ਅਤੇ ਤੁਸੀਂ ਕਿੱਦਾਂ ਸਰਵਾਈਵ ਕਰਨਾ ਹੈ ਇਸ ਮੁਲਕ ਦੇ ਵਿੱਚ। ਮੈਂ ਖੁਦ ਆਸਟ੍ਰੇਲੀਆ ਤੋਂ ਆਪਣੀ ਜਰਨੀ ਸ਼ੁਰੂ ਕੀਤੀ ਸੀ ਅੱਜ ਤੋਂ ਅਰਾਊਂਡ 10-11 ਸਾਲ ਪਹਿਲਾਂ। ਉੱਥੇ ਮੈਂ ਐਜ਼ ਏ ਸਟੂਡੈਂਟ ਵੀ ਰਿਹਾ ਹਾਂ, ਐਜ਼ ਏ ਵਰਕਰ ਵੀ ਰਿਹਾ ਹਾਂ। ਮੈਂ PR ਅਪਲਾਈ ਕੀਤੀ ਕੈਨੇਡਾ ਦੀ, ਮੈਂ ਮੂਵ ਵੀ ਹੋਇਆ, ਮਾਈਗ੍ਰੇਟ ਵੀ ਹੋਇਆ ਇੱਥੇ। ਉਸ ਤੋਂ ਬਾਅਦ ਮੈਂ ਇੱਥੇ ਆ ਕੇ ਐਜ਼ ਏ ਇੰਪਲੋਈ ਵੀ ਰਿਹਾ ਹਾਂ ਅਤੇ ਐਜ਼ ਏ ਇੰਪਲੋਇਰ LMIA ਵੀ ਦਿੰਦਾ ਰਿਹਾ ਹਾਂ ਪਿਛਲੇ 2 ਸਾਲ ਤੋਂ। ਸੋ ਦ ਰੀਜ਼ਨ ਬੀਇੰਗ ਆਈ ਐਮ ਟੈਲਿੰਗ ਯੂ ਦਿਸ ਇਜ਼, ਉਹਦਾ ਹੈਗਾ ਆ ਕਿ ਮੈਂ ਇਹ ਸਾਰੇ ਫੇਜ਼ 'ਚੋਂ ਨਿਕਲਿਆ ਹੈਗਾ ਆ ਕਿ ਜਿਹਦੇ ਵਿੱਚ ਇੱਕ ਸਟੂਡੈਂਟ ਦੀ ਜਰਨੀ ਤੋਂ ਲੈ ਕੇ ਟੈਂਪਰੇਰੀ ਰੈਜ਼ੀਡੈਂਟ, ਦੈਨ ਮਾਈਗ੍ਰੇਸ਼ਨ, ਦੈਨ ਇਮੀਗ੍ਰੇਸ਼ਨ ਇਨ ਕੈਨੇਡਾ, ਦੈਨ ਇੰਪਲੋਈ, ਦੈਨ ਇੰਪਲੋਇਰ ਐਂਡ ਡੀਲਿੰਗ ਵਿਦ ਇਮੀਗ੍ਰੇਸ਼ਨ ਐਂਡ ਅਕਾਊਂਟਿੰਗ ਫਰੋਮ ਵਾਈਲ। ਉਹਦੇ ਵਿੱਚ ਕੀ ਆ ਕਿ ਮੈਂ ਹਰ ਪ੍ਰੋਸਪੈਕਟ ਦੇ ਉੱਤੇ ਸਟੂਡੈਂਟ ਦੀ ਜਰਨੀ ਨੂੰ ਸਮਝ ਸਕਦਾ ਹਾਂ ਅਤੇ ਇਸੇ ਲਈ ਉਹਨਾਂ ਬੱਚਿਆਂ ਨੂੰ ਅਤੇ ਵਰਕਰਸ ਨੂੰ ਗਾਈਡ ਕਰਨਾ ਚਾਹ ਰਿਹਾ ਹਾਂ ਜਿਹੜੇ ਕਿ ਇੰਡੀਆ ਬੈਠੇ ਨੇ ਔਰ ਇੱਕ ਸੁਪਨਾ ਲੈ ਕੇ ਬੈਠੇ ਨੇ ਕਿ ਅਸੀਂ ਕਦੋਂ ਕੈਨੇਡਾ ਆਵਾਂਗੇ ਅਤੇ ਕਦੋਂ ਸਾਡਾ ਸੁਪਨਾ ਸਾਕਾਰ ਹੋਏਗਾ, ਇੱਥੇ ਕੰਮ ਕਰਾਂਗੇ। ਅਤੇ ਬਟ ਲੇਕਿਨ ਹੋ ਕੀ ਰਿਹਾ ਆ, ਇਹਦਾ ਉਲਟਾ ਹੋ ਰਿਹਾ ਆ। ਇੱਥੇ ਆ ਕੇ ਬੱਚਾ ਸਿਰਫ ਐਕਸਪਲੋਇਟ ਹੋ ਰਿਹਾ ਆ। ਮਿਨੀਮਮ ਵੇਜ ਵੀ ਨਹੀਂ ਮਿਲ ਰਹੀ ਹੈਗੀ ਇੱਥੇ ਕਈ ਲੋਕਾਂ ਨੂੰ। ਇਹ ਬਹੁਤ ਗੌਰ ਕਰਨ ਵਾਲੀ ਗੱਲ ਹੈਗੀ ਆ, ਇੱਥੇ ਮਿਨੀਮਮ ਵੇਜ ਵੀ ਨਹੀਂ ਮਿਲ ਰਹੀ ਹੈਗੀ। ਸੋ ਤੁਸੀਂ ਇਹ ਗੱਲ ਨੂੰ ਸੋਚੋ, ਵਿਚਾਰੋ, ਚੰਗੇ ਇਮੀਗ੍ਰੇਸ਼ਨ ਏਜੰਟ ਲੱਭੋ। ਮੈਂ ਤੁਹਾਨੂੰ ਬਾਰ-ਬਾਰ ਪਹਿਲਾਂ ਵੀ ਆਪਣੀ ਵੀਡੀਓ 'ਚ ਦੱਸਿਆ ਆ ਕਿ ਤੁਸੀਂ ਸਟੇਟਸ ਐਡਵਾਈਜ਼ਰੀ ਨੂੰ ਕਿਉਂ ਚੁਣਨਾ ਆ। ਮੈਨੂੰ ਵੀ ਸਵਾਲ ਕਰੋ, ਮੈਨੂੰ ਕੁਐਸਚਨ ਕਰੋ ਫੋਨ ਕਰਕੇ ਕਿ ਤੁਸੀਂ ਸਟੇਟਸ ਐਡਵਾਈਜ਼ਰੀ ਕੌਣ ਹੋ, ਤੁਸੀਂ ਕਿਉਂ ਇਹ ਸਰਵਿਸਿਜ਼ ਸ਼ੁਰੂ ਕੀਤੀਆਂ ਹੈਗੀਆਂ ਆ, ਕੀ ਤੁਹਾਡਾ ਬੈਕਗਰਾਊਂਡ ਆ, ਪੁੱਛੋ। ਜੇ ਪੁੱਛੋਗੇ ਨਹੀਂ ਤਾਂ ਅਸੀਂ ਦੱਸਾਂਗੇ ਕਿੱਥੋਂ। ਤੁਸੀਂ ਸਵਾਲ ਕਰੋਗੇ, ਪੁੱਛੋ ਕਿ ਸਾਡੇ ਨਾਲ ਜਿਹੜੇ ਏਜੰਟਸ ਜੁੜੇ ਹੋਏ ਆ ਉਹਨਾਂ ਕੋਲ ਲਾਇਸੈਂਸ ਹੈਗਾ ਕਿ ਨਹੀਂ ਹੈਗਾ, ਜਿਹੜੇ ਸਾਡੇ ਨਾਲ IELTS ਟ੍ਰੇਨਰ ਜੁੜੇ ਹੋਏ ਆ ਕੀ ਉਹਨਾਂ ਦਾ ਐਕਸਪੀਰੀਅੰਸ ਹੈਗਾ। ਅਸੀਂ ਤੁਹਾਨੂੰ A to Z ਦੱਸਾਂਗੇ ਔਰ ਬਹੁਤ ਹੀ ਜਲਦੀ ਅਸੀਂ ਵੈਬਸਾਈਟ 'ਤੇ ਵੀ ਕੰਮ ਕਰ ਰਹੇ ਹੈਗੇ ਆ, ਉਹਦੇ ਉੱਤੇ ਵੀ ਤੁਹਾਨੂੰ ਜ਼ਰੂਰ ਦੱਸਾਂਗੇ ਕਿ ਸਾਰੀ ਫੈਸਿਲਿਟੀਜ਼ ਔਰ ਸਾਰੀ ਜਿਹੜੀ ਇੱਕ ਸਟਰਕਚਰ ਜਿਹੜਾ ਉਹਦਾ ਈਕੋਸਿਸਟਮ ਆ ਸਾਰਾ ਬੈਕਗਰਾਊਂਡ 'ਤੇ ਅਸੀਂ ਰੈਡੀ ਕਰ ਰਹੇ ਹਾਂ। ਫੋਨ ਦੀ ਐਪਸ ਰੈਡੀ ਕਰ ਰਹੇ ਹੈਗੇ ਆ ਕਿ ਜਿਹਦੇ ਵਿੱਚ ਤੁਹਾਨੂੰ ਪਤਾ ਲੱਗੇ ਕਿ ਤੁਸੀਂ ਡਾਕੂਮੈਂਟ ਕਿੰਨੇ ਈਜ਼ੀ ਸਬਮਿਟ ਕਰ ਸਕਦੇ ਹੋ। ਸੋ ਇਹ ਸਾਰੇ ਦੇ ਉੱਤੇ ਕੰਮ ਚੱਲ ਰਿਹਾ। ਬਾਕੀ ਇਹ ਗੱਲਾਂ ਤਾਂ ਚੱਲਦੀਆਂ ਹੀ ਰਹਿਣੀਆਂ ਹੋਰ ਆਉਣ ਵਾਲੀ ਵੀਡੀਓਜ਼ ਦੇ ਵਿੱਚ। ਅੱਜ ਦੇ ਟੌਪਿਕ ਦਾ ਸੀਗਾ ਜਿਹੜਾ LMIA, ਕਿ ਕਿੱਦਾਂ LMIA ਮਿਲ ਰਹੀ ਆ, ਕੌਣ ਦੇ ਰਿਹਾ ਆ, ਕਿੰਨੇ ਪੈਸੇ ਲੱਗ ਰਹੇ ਆ ਔਰ ਕੀ ਐਕਸਪਲੋਇਟੇਸ਼ਨ ਹੋ ਰਹੀ ਆ। ਇਹ ਸਾਰਿਆਂ ਤੋਂ ਤੁਸੀਂ ਬਚ ਸਕਦੇ ਹੋ। ਚੰਗੇ ਇੱਕ ਐਡਵਾਈਜ਼ਰ ਨੂੰ ਚੁਣੋ, ਇੱਕ ਕੰਸਲਟੈਂਸੀ ਫਰਮ ਨੂੰ ਚੁਣੋ ਅਤੇ ICCRC ਸਰਟੀਫਾਈਡ ਜਿਹੜੇ ਇਮੀਗ੍ਰੇਸ਼ਨ ਏਜੰਟਸ ਆ ਉਹਨਾਂ ਨੂੰ ਚੁਣੋ। ਸੋ ਬਾਕੀ ਜਿਹੜਾ ਕੰਟੈਂਟ ਆ ਹੋਰ ਤੁਹਾਨੂੰ ਮਿਲਦਾ ਰਹੂਗਾ। ਸੋ ਮੇਕ ਸ਼ੋਰ ਤੁਸੀਂ ਸਬਸਕ੍ਰਾਈਬ ਕਰ ਲਓ। ਸਾਡਾ YouTube 'ਤੇ ਚੈਨਲ ਆਲਰੇਡੀ ਆ ਚੁੱਕਿਆ ਆ, ਸੋ ਉਹਨੂੰ ਤੁਸੀਂ ਸਬਸਕ੍ਰਾਈਬ ਕਰ ਲਓ। ਆਪਣੇ ਇੰਸਟਾਗ੍ਰਾਮ ਵਿਊਅਰਸ ਨੂੰ ਵੀ ਦੱਸ ਰਿਹਾ ਹਾਂ ਕਿ ਉਹਨਾਂ ਨੂੰ ਤੁਸੀਂ ਸਬਸਕ੍ਰਾਈਬ ਕਰ ਸਕਦੇ ਹੋ ਸਾਡੇ YouTube ਚੈਨਲ ਨੂੰ। ਉਹਦੇ ਉੱਤੇ ਬਹੁਤ ਸਾਰਾ ਫੁੱਲ ਕੰਟੈਂਟ ਜੇ ਤੁਸੀਂ ਦੇਖਣਾ ਆ ਅਤੇ YouTube 'ਤੇ ਮਿਲੂਗਾ। ਔਰ ਜੇ ਤੁਸੀਂ ਓਬਵੀਅਸਲੀ ਥੋੜ੍ਹਾ ਸ਼ਾਰਟ ਕੰਟੈਂਟ ਦੇਖਣਾ ਚਾਹੁੰਦੇ ਹੋ, ਮੇਰੇ YouTube ਵਾਲੇ ਵਿਊਅਰਸ ਜਿਹੜੇ ਹੈਗੇ ਆ, ਉਹ ਤੁਸੀਂ ਮੇਰੇ ਇੰਸਟਾਗ੍ਰਾਮ ਪ੍ਰੋਫਾਈਲ 'ਤੇ ਜਾ ਸਕਦੇ ਹੋ। ਬਾਕੀ ਕਿਸੇ ਨੇ ਵੀ ਅਪਾਇੰਟਮੈਂਟ ਬੁੱਕ ਕਰਾਉਣੀ ਹੈਗੀ ਆ ਇੰਸਟਾਗ੍ਰਾਮ ਦੇ ਉੱਤੇ, ਤੁਸੀਂ ਜਾ ਕੇ ਬੁੱਕ ਕਰ ਸਕਦੇ ਹੋ ਬੁੱਕ ਨਾਓ ਦੀ ਆਪਸ਼ਨ ਤੋਂ। ਪਲੱਸ ਵੈਬਸਾਈਟ ਦੇ ਉੱਤੇ ਵੀ ਬਹੁਤ ਜਲਦੀ ਅਪਾਇੰਟਮੈਂਟ ਆਪਸ਼ਨ ਜਿਹੜਾ ਖੁੱਲ੍ਹ ਜਾਣਾ ਆ, ਜਾਂ ਮੈਨੂੰ ਫੋਨ ਕਰ ਸਕਦੇ ਹੋ 2362333223 ਦੇ ਉੱਤੇ। ਔਰ ਓਬਵੀਅਸਲੀ ਤੁਸੀਂ ਮੈਨੂੰ ਈਮੇਲ ਵੀ ਭੇਜ ਸਕਦੇ ਹੋ advice@satesadvisory.com ਦੇ ਉੱਤੇ ਕਿਸੇ ਵੀ ਚੀਜ਼ ਦੀ ਕੁਐਰੀ ਆ ਰਿਲੇਟਡ ਅਕਾਊਂਟਿੰਗ, ਪੇਰੋਲ, ਇਮੀਗ੍ਰੇਸ਼ਨ, IELTS ਔਰ ਐਨੀਥਿੰਗ ਐਲਸ। ਔਰ ਬਾਕੀ ਕੋਈ IELTS ਦੇ ਸਪੈਸੀਫਿਕਲੀ ਰਿਲੇਟਿਡ ਅਗਰ ਸਾਡੇ ਕੰਸਲਟੈਂਟ ਨਾਲ ਤੁਸੀਂ ਗੱਲ ਕਰਨਾ ਚਾਹੁੰਦੇ ਹੋ, ਤੁਸੀਂ ਸਾਨੂੰ ਈਮੇਲ ਭੇਜ ਸਕਦੇ ਹੋ IELTS@satesadvisory.com। ਅਗਰ ਕੋਈ ਅਕਾਊਂਟਿੰਗ ਰਿਲੇਟਿਡ ਸਪੈਸੀਫਿਕ ਕੰਸਰਨ ਹੈਗੇ ਆ ਉਹ ਸਾਨੂੰ ਭੇਜ ਸਕਦੇ ਹੋ accounting@satesadvisory.com। ਸੋ ਪਲੀਜ਼ join us. We are doing a good thing for the community and we are here to support. And if you need any consultation, just give me a call. It's free of cost. I will not be charging you anything. And if you think that ਤੁਸੀਂ ਮੇਰੇ ਸਪੈਸ਼ਲਿਸਟ ਨਾਲ ਜਿਹੜੇ ਸਾਡੇ ਨਾਲ ਟਾਈ ਅਪ ਨੇ ਉਹਨਾਂ ਨਾਲ ਕੰਸਲਟੈਂਸੀ ਕਰਨਾ ਚਾਹੁੰਦੇ ਹੋ, so that's an appointment for that would be $75
for one appointment, so we can help you in that too. ਬਾਕੀ ਪੰਜਾਬੀ ਵੀਰ ਭਰਾਓ ਜਿਹੜੀ ਇਨਫੋਰਮੇਸ਼ਨ ਦਿੱਤੀ ਆ ਉਹਨੂੰ ਗੌਰ ਨਾਲ ਸਮਝੋ ਤੇ ਕੰਟੈਕਟ ਕਰੋ। ਹੈਵ ਅ ਗੁੱਡ ਡੇ।